सतगुरां दी साजी निवाजी गुरु रूप प्यारे साध संगत जी। नितनेम कर्मानुसार गुरु साहिब जी महाराजियां दे चरना कमलों दीयां हाजरियां भर के जन्म दे कुछ पल सफलियां करन दे यतन करते हाँ। सतगुरां ने किरपा कीती है। अमृत वेले का जागरता बख्शिया है। उदम उपराला मनुख ने किया है। अकाल पुरख के चरणों विच पहुँच करके अपनी हाजरियां लवाउण दे यतन किए हैं। गुरु गोबिंद सिंह जी महाराज अकाल पुरख जी इस जगत जलंदे नूं तारन वास्ते संसार दे विच अवतार धारे। गुरु साहिब जी महाराजियां दा पावन पवित्र इतिहास छोटे साहिबजादे वड्डे साहिबजादे माता गुजर कौर जी गुरु तेग बहादुर साहिब जी महाराज ये सारे दे सारे इतिहास ते असीं पिछले दिनी सरवण कीता है। चमकौर दी गढ़ी दे विचों पंथ दा हुक्म मन के जदों गुरु गोबिंद सिंह महाराज निकले ने उस वक्त गुरु साहिब जी महाराज अद्धी रात का समय पौह दीआं रातां एक विद्वान पंडित दे घर गए ने ਜਿਹੜਾ ਕਿਸੇ ਵਕਤ ਆਨੰਦਪੁਰ ਸਾਹਿਬ ਮਹਾਰਾਜ ਦੇ ਕੋਲ ਜਾਂਦਾ ਹੁੰਦਾ ਸੀ ਤੇ ਮਹਾਰਾਜ ਨੂੰ ਬੇਨਤੀਆਂ ਕਰਦਾ ਸੀ ਕਿ ਮਹਾਰਾਜ ਤੁਸੀਂ ਮੇਰੇ ਕਦੇ ਘਰ ਆਓ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੀ ਕਿ ਅਸੀਂ ਇੱਕ ਨਾ ਇੱਕ ਦਿਨ ਐਸਾ ਆਉਣਾ ਕਿ ਤੇਰੇ ਘਰ ਵਿੱਚ ਅਸੀਂ ਜ਼ਰੂਰ ਆਵਾਂਗੇ। ਅੱਧੀ ਰਾਤ ਦਾ ਸਮਾਂ उस दे घर दा जाके महाराज ने कुंडा खड़काया। उन्हां दे घर विच एक नौकर रखिया होया सी जिहड़ा रात दे समय मੱਝਾਂ दे कोल पै के उन्हां दी राखी करदा सी। वो मालक ते आप उच्चे चवारे च पैंदा सी ते उन्हें ਜਦੋਂ ਕੁੰਡਾ ਖੜਕਾਇਆ ਤੇ ਉਹਨੇ ਕੁੰਡਾ ਖੋਲ੍ਹਿਆ ਤੇ ਪੁੱਛਿਆ ਕਹਿੰਦੇ ਜੀ ਤੁਸੀਂ ਕੌਣ ਹੋ ਅੱਧੀ ਰਾਤ ਦੇ ਸਮੇਂ। ਕਹਿੰਦੇ ਤੇਰੇ ਮਾਲਕ ਨੂੰ ਸੁਨੇਹਾ ਲਾ ਦੇ। ਮਹਾਰਾਜ ਕਹਿੰਦੇ ਕਿ ਆਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਆਪਣੀ ਮੰਜੀ ਤੇ ਮਹਾਰਾਜ ਨੂੰ ਬਿਠਾ ਦਿੱਤਾ ਉਸਨੇ। ਸੁਨੇਹਾ ਲਾ ਕੇ ਆਇਆ। ਜਦੋਂ ਸੁਨੇਹਾ ਲਾਉਣ ਗਿਆ ਤੇ ਉਹ ਕਹਿਣ ਲੱਗਿਆ ਤੂੰ ਪਹਿਲਾਂ ਹੀ ਕਹਿ ਦੇਣਾ ਸੀ ਕਿ ਉਹ ਤੇ ਘਰ ਵਿੱਚ ਹੈ ਨਹੀਂ। ਅੱਧੀ ਰਾਤ ਦਾ ਸਮਾਂ ਮੁਗਲ ਸਰਕਾਰਾਂ ਬਾਗੀ ਹੋਏ ਨੇ। ਇਹ ਬਾਗੀ ਮੁਗਲ ਸਰਕਾਰਾਂ ਇਹਨਾਂ ਦੇ ਮਗਰ ਲੱਗੀਆਂ ਨੇ। ਹੁਣ ਇਹਨਾਂ ਨੂੰ ਘਰ ਵਿੱਚ ਬਿਠਾਇਆ ਤੇ ਆਪਣਾ ਤਾਂ ਸਾਰੇ ਦਾ ਸਾਰਾ ਪਰਿਵਾਰ ਖਤਮ ਕਰ ਦੇਣਾ ਸਰਕਾਰ ਨੇ। ਜਾ ਕਹਿੰਦੇ ਜਾ ਕੇ ਕਹਿ ਕਿ ਉਹ ਤੇ ਘਰ ਵਿੱਚ ਹੈ ਨਹੀਂ। ਉਹਨੇ ਆ ਕੇ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਮੇਰੇ ਕੋਲ ਕੋਈ ਘਰ-ਬਾਰ ਹੈ ਨਹੀਂ, ਕੋਈ ਛੰਨ ਵੀ ਹੈ ਨਹੀਂ। ਮੈਂ ਤੇ ਇਹਦੇ ਨੌਕਰ ਬਣ ਕੇ ਇੱਥੇ ਹੀ ਮੱਝੀਆਂ ਦੇ ਵਿੱਚ ਪੈ ਜਾਂਦਾ। ਜੇ ਮੇਰੇ ਕੋਲੇ ਕੋਈ ਛੰਨ ਹੁੰਦੀ ਤੇ ਮੈਂ ਆਪ ਜੀਆਂ ਨੂੰ ਆਪਣੇ ਘਰ ਦੇ ਵਿੱਚ ਛੰਨ ਦੇ ਵਿੱਚ ਪਨਾਹ ਦੇ ਦਿੰਦਾ। ਪਰ ਮਹਾਰਾਜੇ ਤੇ ਉਹਨੇ ਕਹਿ ਦਿੱਤਾ ਕਿ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਉਹ ਤਾਂ ਘਰ ਵਿੱਚ ਹੈ ਨਹੀਂ। ਉੱਥੇ ਫਿਰ ਮਹਾਰਾਜ ਨੂੰ ਅੱਧੀ ਰਾਤ ਦਾ ਸਮਾਂ ਹਨੇਰੇ ਦਾ
ਇਹਨੇ ਇੱਕ ਇੱਟ ਦੇ ਵਿਚਾਲੇ ਥੋੜ੍ਹਾ ਜਿਹਾ ਟੋਆ ਕਰਕੇ ਉਹਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ ਇਹਨੇ ਮਹਾਰਾਜ ਵਾਸਤੇ ਇੱਕ ਟਿੰਡ ਤਿਆਰ ਕਰਕੇ ਦਿੱਤੀ ਸੀ। ਇਹ ਸੀ ਭਾਈ ਜਿਉਣਾ। ਕਹਿਣ ਲੱਗਿਆ, ਮਹਾਰਾਜ ਰਾਤ ਦੇ ਸਮੇਂ ਤੁਹਾਨੂੰ ਸਫ਼ਰ ਕਰਨਾ ਬੜਾ ਔਖਾ ਹੈ ਅਤੇ ਤੁਸੀਂ ਇਹ ਲੈ ਜਾਓ। ਫਿਰ ਮਹਾਰਾਜ ਨੇ ਉਹ ਭਾਈ ਜਿਉਣੇ ਤੋਂ ਟਿੰਡ ਲੈਤੀ। ਉਹ ਟਿੰਡ ਲੈ ਕੇ ਮਹਾਰਾਜ ਰਾਤ ਦੇ ਸਮੇਂ ਸਫ਼ਰ ਤੈਅ ਕਰਦੇ ਰਹੇ। ਅਨੰਦਪੁਰ ਸਾਹਿਬ ਗੁਲਾਬੇ ਅਤੇ ਪੰਜਾਬੇ ਨੇ ਵੀ ਵਚਨ ਕੀਤਾ ਸੀ, ਮਹਾਰਾਜ ਸਾਡੇ ਘਰੇ ਆਇਓ। ਕੁੰਡਾ ਮਹਾਰਾਜ ਨੇ ਉਹਨਾਂ ਦੇ ਘਰ ਦਾ ਵੀ ਖੜਕਾਇਆ ਸੀ। ਆਵਾਜ਼ ਆਈ, ਕਹਿੰਦੇ ਕੌਣ ਹੈ? ਅੱਧੀ ਰਾਤ ਦੇ ਸਮੇਂ ਪੋਹ ਦੀਆਂ ਰਾਤਾਂ, ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂ। ਜਦੋਂ ਇਹ ਗੱਲ ਕਹੀ ਤੇ ਦੂਸਰੇ ਭਰਾ ਨੇ ਕੋਲ ਪਏ ਨੇ ਉਹਦੇ ਮੁਖੜੇ 'ਤੇ ਹੱਥ ਰੱਖ ਲਿਆ। ਕਹਿਣ ਲੱਗੇ, ਭਰਾਤਾ ਹੁਣ ਇੱਥੇ ਹੀ ਚੁੱਪ ਕਰ ਜਾ, ਦੁਬਾਰੇ ਹੁਣ ਬੋਲੀ ਨਾ। ਜੇ ਤੂੰ ਦੁਬਾਰੇ ਬੋਲ ਪਿਆ, ਜੇ ਤੂੰ ਉੱਠ ਕੇ ਕੁੰਡਾ ਖੋਲ੍ਹਤਾ ਆਪਣੇ ਘਰ ਦਾ, ਤੇ ਫਿਰ ਇਹਨਾਂ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਫੌਜਾਂ ਲੱਗੀਆਂ ਨੇ, ਆਪਣੇ ਘੇਰੇ ਪਾ ਕੇ ਘਰ ਨੂੰ ਆਪਣੇ ਨੂੰ ਖਤਮ ਕਰ ਦੇਣਗੀਆਂ। ਇਹ ਵੀ ਦੋਨੇ ਭਰਾ ਜਾਂਦੇ ਹੁੰਦੇ ਸੀ ਮਹਾਰਾਜ ਕੋਲੇ ਅਨੰਦਪੁਰ, ਅਤੇ ਮਹਾਰਾਜ ਨੂੰ ਕਹਿੰਦੇ ਸੀ, ਮਹਾਰਾਜ ਸਾਡੇ ਘਰੇ ਚਰਨ ਪਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਾਡਾ ਵਚਨ ਯਾਦ ਰੱਖਿਓ, ਅਸੀਂ ਆਵਾਂਗੇ ਤੇ ਸਹੀ ਤੁਹਾਡੇ ਘਰੇ, ਪਰ ਜਿਸ ਦਿਨ ਅਸੀਂ ਆਏ ਤੇ ਉਸੇ ਦਿਨ ਤੁਸੀਂ ਆਪਦੇ ਘਰ ਦਾ ਕੁੰਡਾ ਨਹੀਂ ਸਾਨੂੰ ਖੋਲ੍ਹਣਾ। ਕਹਿੰਦੇ, ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਸਾਡੇ ਘਰੇ ਆਓ ਤੇ ਅਸੀਂ ਕੁੰਡਾ ਨਾ ਖੋਲ੍ਹੀਏ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਮਾਂ ਸਭ ਕੁਝ ਤੁਹਾਨੂੰ ਦਿਖਾਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਵਾਂਗੇ। ਦੋਨੇ ਭਰਾ ਬਿਲਕੁਲ ਚੁੱਪ ਕਰ ਗਏ, ਅਡੋਲ ਰਹੇ, ਬੋਲੇ ਨਾ ਅੰਦਰੋਂ, ਕੁਛ ਵੀ ਨਾ ਬੋਲੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦੂਸਰੀ ਵਾਰ ਕੁੰਡਾ ਖੜਕਾ ਕੇ ਕਿਹਾ, ਕਹਿੰਦੇ ਪਤਾ ਤਾਂ ਸਾਨੂੰ ਸੀ ਕਿ ਤੁਸੀਂ ਕੁੰਡਾ ਨਹੀਂ ਖੋਲ੍ਹੋਗੇ, ਪਰ ਅਸੀਂ ਤਾਂ ਆਪਣਾ ਕੀਤਾ ਹੋਇਆ ਵਾਅਦਾ ਤੁਹਾਡੇ ਨਾਲ ਨਿਭਾਉਣ ਵਾਸਤੇ ਆਏ ਸੀ। ਅਸੀਂ ਕੀਤਾ ਹੋਇਆ ਵਾਅਦਾ। ਇਹ ਕਹਿ ਕੇ ਮਹਾਰਾਜ ਟਿੰਡ ਲੈ ਕੇ ਤੇ ਅਗਾਹਾਂ ਚਲੇ ਗਏ। ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚਦੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਤ ਦੇ ਕੁਛ ਪਹਿਰ ਬਾਕੀ ਨੇ, ਜਦੋਂ ਉਹ ਟਿੰਡ ਸੀ ਜਿਹੜੀ ਠੰਡੀ ਹੋ ਗਈ, ਅਤੇ ਉਸੇ ਟਿੰਡ ਦਾ ਸਿਰਹਾਣਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਸੌਂ ਗਏ। ਭਾਈ ਦਇਆ ਸਿੰਘ ਨੂੰ ਕਿਹਾ ਸੀ ਕਿ ਤਾਰਿਆਂ ਦੀ ਛਾਵੇਂ ਛਾਵੇਂ ਆ ਜਾਵੀਂ। ਕੁਝ ਨਿਸ਼ਾਨੀਆਂ ਮਹਾਰਾਜ ਨੇ ਦੱਸੀਆਂ ਸੀ। ਉਹ ਜਿਵੇਂ ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਸੀ, ਉਸ ਤਰੀਕੇ ਦੇ ਨਾਲ ਭਾਈ ਦਇਆ ਸਿੰਘ ਇਹ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਮਹਾਰਾਜ ਉੱਠੇ, ਨਮਸਕਾਰ ਕੀਤੀ, ਗੱਲਾਂ ਬਾਤਾਂ ਹੋਈਆਂ ਮਹਾਰਾਜ ਦੇ ਨਾਲ। ਫਿਰ ਮਹਾਰਾਜ ਕਹਿਣ ਲੱਗੇ, ਸਾਡਾ ਜਿਹੜਾ ਮਹਾਰਾਜ ਦਾ ਚੋਲਾ ਸੀ ਉਹ ਸਾਰਾ ਫਟ ਗਿਆ ਸੀ, ਪੈਰਾਂ ਦੇ ਵਿੱਚੋਂ ਜੁੱਤਾ ਵੀ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਉਤਾਰੇ ਆਏ ਸੀ ਕਿ ਸਾਡੇ ਸਿੱਖਾਂ ਦੀ ਦਸਤਾਰ ਨੂੰ ਨਾ ਲੱਗੇ। ਪੈਰਾਂ ਦੇ ਵਿੱਚ ਵੀ ਅਨੇਕਾਂ ਕੰਡੇ ਵੱਜੇ ਸੀ, ਅਤੇ ਜਾਮਾ ਵੀ ਜਿਹੜਾ ਸਾਰਾ ਸੀ ਉਹ ਲੀਰੋ ਲੀਰ ਹੋ ਗਿਆ ਸੀ। ਅੱਧੀ ਰਾਤ ਦਾ ਸਮਾਂ ਜੰਗਲ ਦੇ ਵਿੱਚ ਪੱਗ ਡੰਡੀਆਂ ਰਾਹੀਂ ਜਦੋਂ ਮਹਾਰਾਜ ਚੱਲੇ ਨੇ, ਮਹਾਰਾਜ ਕਹਿੰਦੇ ਚੋਲਾ ਤਾਂ ਜਮਾਂ ਹੀ ਬਿਲਕੁਲ ਫਟ ਗਿਆ ਹੈ, ਅਤੇ ਆਪ ਜੀ ਕਿਰਪਾ ਕਰੋ ਜੇ ਨਵਾਂ ਚੋਲਾ ਲੈਤਾ ਜਾਵੇ। ਅਤੇ ਫਿਰ ਮਹਾਰਾਜ ਨੇ ਕਿਹਾ ਸੀ, ਕਹਿੰਦੇ ਇੱਥੇ ਸਾਡੇ 3 ਪ੍ਰੇਮੀ ਰਹਿੰਦੇ ਨੇ, ਸਾਨੂੰ ਪ੍ਰੇਮ ਕਰਨ ਵਾਲੇ। ਜਿੱਥੇ ਮਹਾਰਾਜ ਰੁਕੇ ਸੀ ਉੱਥੇ ਬੈਠੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਇੱਥੇ ਸਾਡੇ 3 ਪ੍ਰੇਮੀ ਨੇ। ਉੱਥੇ ਕਿਹੜੇ ਪ੍ਰੇਮੀ ਸੀ? ਇੱਕ ਗਣੀ ਖਾਂ ਅਤੇ ਇੱਕ ਮਣੀ ਖਾਂ, ਦੋਨੇ ਸਕੇ ਭਰਾ, ਗਣੀ ਖਾਂ ਅਤੇ ਨਬੀ ਖਾਂ। ਕਹਿੰਦੇ ਜਾਓ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਯਾਦ ਕਰਦੇ ਨੇ। ਥੋੜ੍ਹੀ ਦੂਰ 'ਤੇ ਉਹਨਾਂ ਦਾ ਘਰ ਸੀ, ਉਹਨਾਂ ਨੂੰ ਸੁਨੇਹਾ ਲਾਇਆ ਗਿਆ, ਕਹਿੰਦੇ ਭਾਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਯਾਦ ਕਰਦੇ ਨੇ। ਇਹ ਮਹਾਂਡਣ ਧਰਮ ਦੇ ਨਾਲ ਸੰਬੰਧਿਤ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਅਥਾਹ ਪ੍ਰੇਮ ਰੱਖਦੇ ਸੀ। ਅਤੇ ਮਹਾਰਾਜ ਦਾ ਜਿਉਂ ਹੀ ਸੁਨੇਹਾ ਮਿਲਿਆ ਅਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਗਏ।
आके अपनी नमस्कार की, महाराज तो सेवा पुछी। फिर महाराज ने इन्हां नूं सुनेहा लाया, कहंदे इत्थे एक निहाले खत्री दी माँ हरदई है, कहंदे जाओ उहनूं सुनेहा लाओ कि उन्हां दे संदूख दे विच जिहड़ी साडी भेटा सांभी बैठी है वो साडी भेटा लेके आवे ते नाले आके दर्शन कर ले। निहाले खत्री दी माँ हरदई, उन्हें लम्मे समय तो लैके सी जिहड़ा महाराज वास्ते वो 3 चोले एक चादर महाराज वास्ते उन्हें बनाई सी। पुराने जमानिਆਂ ਦੇ ਵਿੱਚ ਬੀਬੀਆਂ ਸੀ ਜਿਹੜੀਆਂ ਉਹ ਹੱਥਾਂ ਦੇ ਨਾਲ ਸੀ ਜਿਹੜੇ ਵਸਤਰ ਚਾਦਰਾਂ ਇਤਿਆਦਿਕ ਸੀ ਜਿਹੜੀਆਂ ਉਹ ਚੀਜ਼ਾਂ ਬੁਣਦੀਆਂ ਹੁੰਦੀਆਂ ਸੀ। ਘਰਾਂ ਦੇ ਵਿੱਚ ਜਿੰਨੇ ਵੀ ਪਹਿਨਣ ਵਾਲੇ ਜਾਂ ਠੰਡ ਦੇ ਮੌਸਮ ਦੇ ਵਿੱਚ ਲੈਣ ਵਾਲੇ ਕੱਪੜੇ ਹੁੰਦੇ ਸੀ ਉਹ ਸਾਰੇ ਦੇ ਸਾਰੇ ਘਰਾਂ ਦੇ ਵਿੱਚ ਬਣਾਏ ਜਾਂਦੇ ਸੀ ਪੁਰਾਣੇ ਜ਼ਮਾਨਿਆਂ 'ਚ। ਤੇ ਇਸ ਮਾਂ ਹਰਦਈ ਨੇ 3 ਚੋਲੇ ਤੇ ਇੱਕ ਚਾਦਰ ਮਹਾਰਾਜ ਵਾਸਤੇ ਬਣਾ ਕੇ ਰੱਖੀ ਸੀ ਤੇ ਆਪਣੇ ਸੰਦੂਖ ਦੇ ਵਿੱਚ ਸਾਂਭ ਕੇ ਰੱਖੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਗੇ ਕਿਸੇ ਦਿਨ, ਮੈਨੂੰ ਦਰਸ਼ਨ ਹੋਣਗੇ ਤੇ ਮੈਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਇਹ 3 ਚੋਲੇ ਮਹਾਰਾਜ ਦੇ ਅੱਗੇ ਅਰਪਣ ਕਰਾਂਗੇ। ਤੇ ਰਾਤ ਦੇ ਸਮੇਂ ਜਦੋਂ ਇਹ ਗਏ, ਨਿਹਾਲੇ ਨੂੰ ਕਿਹਾ, ਨਿਹਾਲੇ ਕਹਿੰਦੇ ਤੇਰੀ ਮਾਂ ਘਰੇ ਹੈ? ਕਹਿੰਦੇ ਹਾਂ। ਕੀ ਕੰਮ ਹੈ? ਕਹਿੰਦੇ ਕੰਮ ਤੇ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੀ ਮਾਂ ਨੂੰ ਯਾਦ ਕਰਦੇ ਨੇ ਤੇ ਨਾਲ ਮਹਾਰਾਜ ਨੇ ਵਚਨ ਕੀਤਾ ਕਿ ਸਾਡੀ ਭੇਟਾ ਲੈ ਕੇ ਆਵੇ। ਜਦੋਂ ਨਿਹਾਲੇ ਖੱਤਰੀ ਦੀ ਮਾਂ ਨੇ ਇਹ ਗੱਲ ਸੁਣੀ ਹਰਦਈ ਨੇ ਤੇ ਉਸ ਵਕਤ ਜਿਹੜੀ ਲੰਮੇ ਟਾਈਮ ਤੋਂ ਲੈ ਕੇ ਮਹਾਰਾਜ ਵਾਸਤੇ ਚੋਲੇ ਸਾਂਭੀ ਬੈਠੀ ਸੀ ਉਹ ਸੰਦੂਖ ਦੇ ਵਿੱਚੋਂ ਕੱਢ ਲਏ ਮਹਾਰਾਜ ਵਾਸਤੇ ਚਾਦਰ ਤੇ ਮਹਾਰਾਜ ਵਾਸਤੇ ਲੈ ਕੇ ਚੱਲ ਪਈ। ਆਪਣੇ ਪੁੱਤਰ ਨਿਹਾਲੇ ਨੂੰ ਕਹਿਣ ਲੱਗੀ, ਨਿਹਾਲੇ ਚੱਲ, ਕਹਿੰਦੇ ਮਹਾਰਾਜ ਦੇ ਦਰਸ਼ਨ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ, ਮੈਂ ਤਾਂ ਲੰਮੇ ਸਮੇਂ ਦੀ ਉਡੀਕ ਕਰਦੀ ਸੀ ਮਹਾਰਾਜ ਦੀ। ਵਡੇਪੇ ਦੇ ਵਿੱਚ ਸਰੀਰ ਪਹੁੰਚ ਗਿਆ ਸੀ ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ। ਆਪਣੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚ ਗਈ। ਜਦੋਂ ਪਹੁੰਚੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਹਰਦਈ ਨੂੰ ਕਹਿੰਦੇ ਨੇ, ਮਾਤਾ ਕਹਿੰਦੇ ਸਾਡੀ ਭੇਟਾ ਲੈ ਕੇ ਆਈ ਹੈ ਜਿਹੜੀ ਲੰਮੇ ਸਮੇਂ ਦੀ ਸਾਂਭੀ ਸੀ। ਮਹਾਰਾਜ ਨੂੰ ਕਹਿਣ ਲੱਗੀ, ਹਾਂ ਜਿਹੜੀ ਤੁਹਾਡੀ ਭੇਟਾ ਮੈਂ ਲੰਮੇ ਸਮੇਂ ਤੋਂ ਲੈ ਕੇ ਸਾਂਭੀ ਸੀ ਉਹ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ। 3 ਚੋਲੇ ਤੇ ਇੱਕ ਚਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਰੱਖ ਕੇ ਮਾਤਾ ਨੇ ਮੱਥਾ ਟੇਕਿਆ। ਹੁਣ ਮਾਤਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤਾਂ ਬਿਲਕੁਲ ਸਫੈਦ ਚਿੱਟੇ ਰੰਗ ਦੇ ਨੇ, ਇਹਨਾਂ ਨੂੰ ਕੋਈ ਰੰਗ ਚੜਾਉਣ ਵਾਲਾ ਹੋਵੇ ਤੇ ਜਾਓ, ਕਹਿੰਦੇ ਇੱਥੋਂ ਤੁਸੀਂ ਲੱਭ ਕੇ ਲੈ ਕੇ ਆਓ। ਰਾਤ ਨੂੰ ਗਣੀ ਖਾਂ ਤੇ ਨਬੀ ਖਾਂ ਤੇ ਹੋਰ ਸਿੱਖ ਮਹਾਰਾਜ ਦੇ ਚੱਲ ਪਏ ਲਲਾਰੀ ਲੱਭਣ ਵਾਸਤੇ। ਲਲਾਰੀ ਦਾ ਘਰ ਲੱਭ ਲਿਆ ਇਹਨਾਂ ਨੇ, ਕੁੰਡਾ ਖੜਕਾਇਆ, ਬਾਹਰ ਨਿਕਲਿਆ, ਕਹਿੰਦੇ ਭਾਈ ਕਿਵੇਂ ਆਉਣਾ ਹੋਇਆ? ਕਹਿੰਦੇ ਜੀ ਤੁਸੀਂ ਲਲਾਰੀ ਹੋ ਤੇ ਅਸੀਂ ਕੁਝ ਬਸਤਰ ਰੰਗਾਉਣੇ ਨੇ ਤੇ ਸਾਨੂੰ ਚਾਹੀਦੇ ਵੀ ਅੱਜ ਹੀ ਨੇ। ਉਹ ਲਲਾਰੀ ਕਹਿਣ ਲੱਗਿਆ, ਕਹਿੰਦਾ ਜੀ ਮੇਰੇ ਕੋਲ ਰੰਗ ਤੇ ਮੈਂ ਜ਼ਰੂਰ ਰੰਗਦਾ, ਲਲਾਰੀ ਹਾਂ, ਪਰ ਮੈਂ ਤੇ ਅੱਜ ਪਹਿਲਾਂ ਰੰਗ ਲੈ ਕੇ ਆਵਾਂਗਾ, ਫਿਰ ਉਹਨੂੰ ਵਾਰੀ-ਵਾਰੀ ਵਾਲੇ ਦਵਾਵਾਂਗਾ। ਜਦੋਂ ਰੰਗ ਪੱਕ ਗਿਆ ਫਿਰ 3 ਦਿਨਾਂ ਬਾਅਦ ਤੁਹਾਡੇ ਵਸਤਰ ਤੁਹਾਨੂੰ ਮਿਲਣੇ ਨੇ, ਮੈਂ ਉਸ ਤੋਂ ਪਹਿਲਾਂ ਨਹੀਂ ਰੰਗ ਕੇ ਦੇ ਸਕਦਾ। ਜਿਸ ਹਿਸਾਬ ਦੇ ਨਾਲ ਮੈਂ ਲੋਕਾਂ ਦੇ ਵਸਤਰ ਰੰਗ ਕੇ ਦਿੰਦਾ, ਮੈਂ ਉਸ ਹਿਸਾਬ ਦੇ ਨਾਲ ਹੀ ਤੁਹਾਨੂੰ ਦੱਸ ਦਿੰਦਾ ਕਿ ਜਿਸ ਹਿਸਾਬ ਦੇ ਨਾਲ ਮੈਂ ਰੰਗ ਲੈ ਕੇ ਆਉਣਾ ਫਿਰ ਮੈਂ ਉਹਦੇ ਘੜੇ ਦੇ ਵਿੱਚ ਪਾਉਣਾ, ਫਿਰ ਉਹਨੂੰ 1 ਦਿਨ ਵਾਲੇ ਦਵਾਉਣਾ ਰਹਿੰਦਾ, ਦੂਸਰੇ ਦਿਨ ਰੰਗ ਦਿੰਦਾ, ਫਿਰ ਕੱਪੜੇ ਸੁੱਕਦੇ ਨੇ, ਫਿਰ ਕਿਤੇ 4-5 ਦਿਨਾਂ ਬਾਅਦ ਜਾ ਕੇ ਮੈਂ ਵਸਤਰ ਅਗਲੇ ਦੇ ਵਾਪਸ ਮੋੜਦਾ।
ਦੁਨੀਆਦਾਰੀ ਦੇ ਵਿੱਚ ਨਿਯਮ ਨੇ ਜਿਹੜੇ ਉਹ ਇਹੀ ਨਿਯਮ ਨੇ, ਤੇ ਉਹਨਾਂ ਨਿਯਮਾਂ ਦੇ ਮੁਤਾਬਕ ਹੀ ਮੈਂ ਤੁਹਾਡੇ ਜਿਹੜੇ ਵਸਤਰ ਹੈ ਉਹ ਰੰਗ ਦਿੰਦਾ। ਪਰ ਇੱਥੇ ਦੁਨੀਆ ਦੇ ਨਿਯਮ ਨਹੀਂ ਚੱਲਦੇ, ਇੱਥੇ ਨਹੀਂ ਚੱਲਣਾ ਕੁਛ ਵੀ, ਕਿਉਂਕਿ ਦੁਨੀਆਦਾਰੀ ਦੇ ਵਿੱਚ ਕੁਛ ਹੋਰ ਹੈ, ਇੱਥੇ ਕੁਛ ਹੋਰ ਹੈ। ਦੁਨੀਆਦਾਰੀ ਦੇ ਵਿੱਚ ਕੋਈ ਪੌਣੇ 5 ਸਾਲ ਦਾ, ਉਹਨੂੰ ਅਸੀਂ ਬੱਚਾ ਕਹਿੰਦੇ ਹਾਂ, ਬੱਚਾ ਹੈ। ਪਰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਗੱਦੀ 'ਤੇ ਬੈਠੇ ਨੇ, ਪੌਣੇ 5 ਸਾਲ ਦੀ ਉਮਰ ਸੀ। ਧਰੂ ਦੀ ਉਮਰ ਸੀ 5 ਸਾਲ ਦੀ, ਪ੍ਰਹਿਲਾਦ ਦੀ ਉਮਰ ਸੀ 8 ਸਾਲ ਦੀ। ਬੜੇ ਵੱਡੇ ਭਗਤ ਹੋਏ ਨੇ ਮਹਾਰਾਜ ਦੇ। ਦੁਨੀਆ ਤੇ ਕਹਿੰਦੀ ਹੈ ਹਜੇ ਬੱਚੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ 60 ਕੇ ਬੁਢੇਪਾ ਆਵੈ। 60-62 ਸਾਲ ਤੋਂ ਬਾਅਦ ਬੁਢੇਪਾ ਆ ਜਾਂਦਾ ਹੈ। ਪਰ ਗਜਬ ਦੀ ਗੱਲ ਹੈ ਕਿ 62 ਸਾਲ ਦੀ ਉਮਰ ਦੇ ਵਿੱਚ ਗੁਰੂ ਬਾਬਾ ਅਮਰੂ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਨੇ, ਤੇ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਜਾਂਦਾ ਹੈ। ਨਿਆਰਾਪਨ ਹੈ। ਉਸ ਤੋਂ ਪਹਿਲਾਂ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਮਾਂ ਆਇਆ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ 98 ਸਾਲਾਂ ਦੀ ਉਮਰ ਦੇ ਵਿੱਚ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਇਆ ਗਿਆ ਸੀ। 98 ਸਾਲਾਂ ਦੀ ਉਮਰ ਦੇ ਵਿੱਚ। ਇਹਨੂੰ ਨਿਆਰਾਪਣ ਕਹਿੰਦੇ ਨੇ। ਇਸ ਘਰ ਦੇ ਵਿੱਚ ਵੱਖਰਾਪਣ ਹੈ, ਨਿਆਰਾਪਣ ਹੈ। ਇਸ ਘਰ ਦੇ ਵਿੱਚ ਉਮਰ ਦੀਆਂ ਲਿਹਾਜ਼ਾਂ ਨਹੀਂ ਕੀਤੀਆਂ ਜਾਂਦੀਆਂ, ਉਮਰ ਦੀਆਂ ਲਿਹਾਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ। ਇਹਨੂੰ ਨਿਆਰਾਪਣ ਕਹਿੰਦੇ। ਇਸ ਘਰ ਦੇ ਵਿੱਚ ਇਹ ਚੱਲਦਾ ਹੈ। ਉਹ ਕਹਿੰਦਾ ਦੁਨੀਆਦਾਰੀ ਦੇ ਵਿੱਚ ਤੇ ਮੈਂ ਇੰਝ ਨਿਯਮ ਨੇ ਜਿਹੜੇ, ਉਹਨਾਂ ਦੇ ਮੁਤਾਬਕ ਮੈਂ ਤੁਹਾਨੂੰ ਦੱਸਿਆ ਕਿ 2-3 ਦਿਨ ਤਾਂ ਲੱਗ ਜਾਂਦੇ ਨੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚਲੇ ਗਏ। ਕਹਿੰਦੇ ਮਹਾਰਾਜ ਲਲਾਰੀ ਤੇ ਲੱਭ ਗਿਆ, ਪਰ ਉਹ ਕਹਿੰਦਾ ਕਿ ਚੋਲੇ ਰੰਗਣ ਵਾਸਤੇ ਮੈਨੂੰ 2-3 ਦਿਨ ਲੱਗਣੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵਸਤਰ ਲੈ ਜਾਓ, ਉਹਨੂੰ ਜਾ ਕੇ ਕਹਿ ਦਿਓ ਕਿ ਘੜੇ ਦੇ ਵਿੱਚ ਪਾਣੀ ਪਾ ਕੇ ਘੜੇ ਦਾ ਢੱਕਣ ਲਾ ਦੀ, ਤੇ ਢੱਕਣ ਲਾ ਕੇ ਉਸ ਤੋਂ ਬਾਅਦ ਕਹਿੰਦੇ ਤੂੰ ਇਹ ਚੋਲੇ ਕੋਲੇ ਰੱਖੀ ਉਸ ਦੇ ਘੜੇ ਦੇ। ਜਿਹੜਾ ਰੰਗ ਤੇਰੇ ਮਨ ਵਿੱਚ ਖਿਆਲ ਆ ਗਿਆ, ਉਹੀ ਰੰਗ ਮਨ ਵਿੱਚ ਖਿਆਲ ਕਰਕੇ ਘੜੇ ਦੇ ਵਿੱਚ ਪਾ ਦੀ, ਨੂੰ ਰੰਗ ਚੜ ਜਾਣਾ। ਤੇ ਉਹ ਜਦੋਂ ਚੋਲੇ ਫੜਾ ਕੇ ਵਸਤਰ ਫੜਾ ਕੇ ਚਲੇ ਗਏ, ਤੇ ਉਹ ਘਰ ਵਾਲੀ ਕਹਿਣ ਲੱਗੀ ਜੀ ਇਹਦੇ ਵਿੱਚ ਰੰਗ ਤੇ ਪਾਇਆ ਨਹੀਂ, ਰੰਗ ਚੜ੍ਹੇਗਾ ਕਿਵੇਂ? ਕੱਲਾ ਪਾਣੀ ਦੇ ਨਾਲ ਰੰਗ ਥੋੜ੍ਹਾ ਚੜ੍ਹਦਾ ਹੈ। ਉਹ ਫਿਰ ਲਲਾਰੀ ਸੀ ਜਿਹੜਾ, ਉਹ ਕਹਿਣ ਲੱਗਿਆ ਚਲੋ ਆਪਾਂ ਨੇ ਕੀ ਲੈਣਾ ਹੈ, ਆਪਾਂ ਤੇ ਉਹਨਾਂ ਨੇ ਕਿਹਾ ਸੀ ਕਿ ਪਾਣੀ ਪਾ ਕੇ ਰੰਗ ਇਹਦੇ ਵਿੱਚ ਪਾ ਦਿਓ, ਰੰਗ ਚੜ੍ਹੇ ਚਾਹੇ ਨਾ ਚੜ੍ਹੇ, ਆਪਾਂ ਤੇ ਹੁਕਮ ਮੰਨਣਾ। ਜਿਉਂ ਲਲਾਰੀ ਨੇ ਘੜੇ ਦੇ ਵਿੱਚ ਪਾਣੀ ਪਾਇਆ, ਘੜੇ ਦੇ ਵਿੱਚ ਪਾਣੀ ਪਾ ਕੇ ਉਸ ਲਲਾਰੀ ਨੇ ਮਹਾਰਾਜ ਦੇ ਵਸਤਰਾਂ ਦਾ ਨੀਲਾ ਰੰਗ ਦੇਣ ਵਾਸਤੇ ਮਨ ਵਿੱਚ ਖਿਆਲ ਕਰਕੇ ਘੜੇ ਦੇ ਵਿੱਚ ਜਿਉਂ ਪਾ ਕੇ ਕੱਢੇ ਨੇ, ਜਿਹੜੇ ਵਸਤਰ ਚਿੱਟੇ ਰੰਗ ਦੇ ਸੀ ਉਹ ਨੀਲਾ ਰੰਗ ਉਹਨਾਂ ਨੂੰ ਚੜ੍ਹ ਗਿਆ, ਤੇ ਦੋਨੇ ਜੀ ਦੰਗ ਰਹਿ ਗਏ। ਕਹਿੰਦੇ ਤੇ ਕਮਾਲ ਹੋ ਗਈ, ਐਸੇ ਪੈਗੰਬਰ ਦੇ ਤੇ ਦਰਸ਼ਨ ਕਰਨੇ ਚਾਹੀਦੇ ਨੇ। ਜਦੋਂ ਇਹ ਦੇਣ ਗਏ ਨਾ ਵਸਤਰ ਉਹਨਾਂ ਨੂੰ ਰੰਗ ਕੇ, ਤੇ ਕਹਿਣ ਲੱਗੇ ਇੱਕ ਸਾਡੀ ਬੇਨਤੀ ਹੈ ਵੀ ਜਿਹੜੇ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਪੈਗੰਬਰ ਨੇ, ਕੀ ਅਸੀਂ ਉਹਨਾਂ ਦੇ ਦਰਸ਼ਨ ਦੀਦਾਰੇ ਕਰ ਸਕਦੇ ਹਾਂ? ਕਹਿੰਦੇ ਕਰ ਸਕਦੇ ਹੋ। ਇਹ ਲਲਾਰੀ ਨੂੰ ਤੇ ਉਹਦੇ ਧਰਮ ਸਪਤਨੀ ਨੂੰ ਨਾਲ ਲੈ ਕੇ ਫਿਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚਲੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਨਮਸਕਾਰ ਕੀਤੀ। ਕਹਿਣ ਲੱਗੇ ਮਹਾਰਾਜ ਅਸੀਂ ਇਹ ਰੱਬੀ ਕੌਤਕ ਸਾਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੱਕਿਆ। ਮਹਾਰਾਜ ਨੇ 5 ਮੋਹਰਾਂ ਹੱਥ ਦੇ ਵਿੱਚ ਲੈਤੀਆਂ, ਤੇ ਲਲਾਰੀ ਨੂੰ ਕਹਿਣ ਲੱਗੇ ਲੈ ਤੂੰ ਆਪਣੀ ਭੇਟਾ ਲੈ ਲੈ। 5 ਮੋਹਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥ ਬੰਨ੍ਹ ਕੇ ਕਹਿਣ ਲੱਗਿਆ ਮਹਾਰਾਜ ਅੱਜ ਤੱਕ ਧਨ ਲੈਤਾ ਹੈ, ਅੱਜ ਧਨ ਨਹੀਂ ਲੈਣਾ। ਕਹਿੰਦੇ ਮਹਾਰਾਜ ਕਹਿੰਦੇ ਫਿਰ ਹੋਰ ਕੀ ਚਾਹੁੰਦਾ? ਨਾਲ ਬੈਠੀ ਬੀਬੀ ਬੋਲ ਪਈ, ਕਹਿਣ ਲੱਗੇ ਮਹਾਰਾਜ ਧਨ ਵੀ ਤੁਹਾਡੀ ਕਿਰਪਾ ਦੇ ਨਾਲ ਆਉਂਦਾ ਜਾਂਦਾ ਰਹਿ ਰਿਹਾ ਹੈ, ਗੁਜ਼ਾਰਾ ਵੀ ਚੰਗਾ ਹੋ ਰਿਹਾ ਹੈ, ਪਰ ਆਪ ਜੀ ਕਿਰਪਾ ਕਰ ਦਿਓ, ਮੈਂ ਆਪਣੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਮਹਾਰਾਜ ਕਹਿਣ ਲੱਗੇ ਭਾਈ ਕੀ ਗੱਲ?
गुरु गोबिंद सिंह महाराज नूं कहण लगी, महाराज जदों मैं अपने घरों बाहर निकलदी ऐ ते ताने मेने लोग मारदे ने कि औतरी आ गई। लोग अपने बच्चों नूं लुको लैंदे ने मैनूं देख के कि औतरी आ गई दा परछावां ना बच्चों ते पै जे। महाराज मैनूं लोकां दे ताने मेने सहने बड़े औखे होए ने, मैं घरों निकलण जोगरी नहीं रही। महाराज कहंदे चाहुंदे कीओ? दोने जी हथ जोड़ के कहन लगे, महाराज किरपा कर दिओ कि असीं घरों बाहर निकलण जोगरे हो जाइए, इहो जी महान किरपा कर दिओ, एक पुत्र दी दात दे दिओ। चेते रखना गुरु गोबिंद सिंह महाराज ने उन्हां नूं ये नहीं कहा कि मैं तो अपने हुण शहीद करवा के आया, हजे तुहानूं पुत्र दी दात कित्थों दईए। फिर महाराज ने बचन कर दिता, कहंदे जाओ गुरु नानक दा घर तुहाडे ते तुठै, तुहाडी सेवा होगी परवान। तुसी चोले रंगण दे कोई माया नहीं लेते, अज तो बाद तुहाडे घरे धन दी कोई घाट नहीं रहोगी ते आउण वाले समय दे विच बाबे नानक दे घर दे विचों तुहाडे घरे एक पुत्र दी दात भी बख्श दित्ती गई है। फिर समा पिया, पुत्र हो गया, 17-18 साल दा पुत्र होया उस ललारी दा। बड़ा हो गया ते 17-18 साल तक वो ललारी ने मटके घड़े दे विच कदे रंग नहीं पाया सी। जेड़ा कोई रंग ललार कराउण वास्ते आउंदा ते ओही रंग उन्हां ने अपने मन विच ख्याल करके डबो के वस्त्र कढ़ लैंदे ते वस्त्र नूं रंग चढ़ जांदा सी। 18 साल लगातार उस घड़े दे विचों रंग नहीं पाया गया, अपने आप वस्त्रां नूं चढ़दा रहा लगातार 18 साल। होया कि 18वें साल दे विच पुत्र पहुँच गया ते पुत्र दी शादी कर ली। पुत्र दी शादी जदों कर ली ते जिहड़ी इहदी ललारी दी नूंह आई सी वो भी हुण ललारियां दे घरों आई सी, वो भी ललारियां दी धी सी। उन्हां दे घरे दी ललारियां दा काम चलदा सी ते रंग पिछे बड़े झगड़े पैंदे रहिंदे सी। अज रंग लैके आउणा, अज रंग किहड़ा पाउणा, मटके दे विच की करना है। जिहो जिहा काम होवे उन्हां दे उहो जिहा काटो कलेश चलदा रहिंदा ना उसे काम वास्ते। वो जदों इत्थे आई नूं उहनूं काफ़ी समा हो गया, 6-7 महीने बतीत होए। उहने देखिया, कहंदे कमाल दी गल है, साडे घरे ते रंग दे पिछे बड़ा काटो कलेश पैंदा रहिंदा है, इन्हां दे घरे किसे एक दिन भी रंग पिछे कलेश नहीं पिया। एक दिन पुछ लिया अपनी सस नूं, कहण लगी मां साडे घरे ते बड़ा कलेश पैंदा ते तुहाडे घरे रंग दी कदे कोई गल ही नहीं सुनी। वो मां ने दस्सिया, कहण लगे सानूं गुरु गोबिंद सिंह महाराज ने वचन कीते है ते गुरु गोबिंद सिंह महाराज दे वचन सदका मैं ये जिहड़ा मटका है ये मटके दे विच रंग पाउण दी जरूरत नहीं पैंदी। असीं मन विच ख्याल करके इस मटके दे विच वस्त्र डबो दिंदे हां, जिहो जिहा मन विच ख्याल हुंदा हो जे रंग जिहड़े ने उगड़ आउंदे ने। पर गुरु गोबिंद सिंह महाराज ने एक वचन कहा है कि इस मटके नूं हमेशा ढक के रखना है, पर्दा दे के रखना इस ते। उहने सी जिहड़ी वो गल अपनी सस तो सुन के ते अपने खमाणों पिंड अपने पेकियां कोले करते उही गल। क्योंकि कुछ जिहड़ा हुंदा कुछ गल्लां रख सकते हुंदे ने, कईयां तो गल्लां रखियां नहीं जा सकदियां हुंदियां। खास करके फिर ये मातावां दे ते हिस्से दे विच आया कि एक माता दे कोल गल वो अगाहां दूसरी नूं दसदी है, वो अगाहां नाल कह भी दिंदी है कि तू होर ना किसी नूं दसी। जदों तैथों गल नहीं सांभी गई तो फिर वो कित्थों सांभ लूगी अगाहां दी गाहां। फिर उहने की कीता, अपने खमाणों पिंड पेकिਆਂ नूं दसता। उहदे पेके पिंड जदों आए इन्हां नूं मिलण वास्ते ते मिलण दे बहाने उन्हां ने कहा सी कि लड़के सानूं वो मटका दिखा दी। ते ये लड़की ने फिर अपने सौहरिਆਂ तो बिना पुछे तो अपने पेके पिंड नूं वो मटके दा ढक्कन चक के दिखादा। 18 सालां बाद फिर उस दे विचों रंग मुक गए सी, क्योंकि महाराज ने कहा सी कि पर्दा दे के रखना है।
17-18 साल बिना रंग कीतिਆਂ उस मटके ਦੇ ਵਿੱਚੋਂ रंग चढ़ते रहे। पर ज्यों ਉਹਦਾ पड़दा चुक दिता गया, खमाणों के रहन वाले ललारियां ने तक्या तो उस तो बाद कदे उस मटके ਦੇ ਵਿੱਚੋਂ रंग नहीं चढ़िया सी। अज तक भी ਜਿਹੜਾ ਉਹ मटका है माछीवाड़े ਦੇ ਵਿੱਚ आप जी दर्शन करते हो, गुरु घर ਦੇ ਵਿੱਚ ਸਾਂਭ के रखिया होया। इस ललारी नूं तारिया महाराज ने, माँ हरदई नूं तारिया। माँ हरदई नूं महाराज ने वचन कीते सी, कहन लगे ले, कहंदे जे तू अज अपने जड़े वस्त्र लैके आई है, तेरा लोक ते सवारे गए सी, अज तो बाद तेरा परलोक भी सवारिया गया है। गुरु गोबिंद सिंह महाराज ने भाई जिउणे का इतिहास बनाना सी, गुलाबे ते पंजाबे दे नाल कीता होया वादा निभाउणा सी, और निहाले खत्री दी माँ हरदई नूं तारना सी, अते ललारी नूं ते उहदे परिवार नूं तारना सी, पुत्र दे दात देनी सी। तां करके गुरु गोबिंद सिंह महाराज चमकौर दी गढ़ी दे विचों माछीवाड़े दे जंगलां दे विच आए सी। बोलो सतनाम। महाराज तां आए सी माछीवाड़े दे जंगलां विच दी हुंदे, भावें महाराज दा जामा लीरो लीर हो गया सी, बड़े महाराज दे कंडे वजे सी रात दे समय, पर फिर भी महाराज अपना वचन निभाउण वास्ते उत्थे महाराज माछीवाड़े दे जंगलां दे विच आए सी। इन्हां सारियां नूं तारिया गुरु गोबिंद सिंह जी महाराज ने। माँ हरदई नूं कहण लगे, लम्मे समय तो लैके तो आराधना करदे सी, लम्मे समय तो लैके जिहड़ी साडी भेटा अपने घर दे विच तो बना के रखी हुई सी। लम्मा समा बतीत होया सी इस नूं, ते लम्मे समय तो लैके ये माँ हरदई गुरु गोबिंद सिंह महाराज नूं याद करदी हुंदी सी, महाराज मेरा हुण शरीर जिहड़ा है ये बुढ़ेपे दे विच चलिया गया, मैं हुण आप जियां दे दर्शन दीदारे नहीं कर सकदी, ते आप जी किरपा कर दिओ, खुद आके दर्शन दे दिओ। एक महाराज दे दर्शन करन जाना हुंदा है, एक इहो जिहा समा आउंदा है जिहड़े अकाल पुरख महाराज खुद दर्शन देण वास्ते आप आउण। इन्हां चीज़ां दे विच फर्क है। गुरु साहिब जी महाराज ने किरपा की, माँ हरदई नूं कहण लगे, कहंदे माता तेरा जिहड़ा जन्म सी वह भी सफला हो गया, ते तेरा लोक ते परलोक जमना अते मरना तेरा अज तो बाद सफला हो गया। अज तो बाद तू जन्म अते मरण दोनों तो रहत हो चुकी है। माता जी तू कहंदे महाराज दे दर्शन दीदारे कीते ने, महाराज वास्ते लम्मे समय तो लैके जिहड़ी भेटा वो साडे वास्ते साਂਭ के रखी हुई सी। ते गुरु साहिब जी महाराजियां ने जगत जलंदा रख लै अपनी किरपा धार, जित द्वारै उभरै तितै लेहो उबार। इतों फिर गुरु साहिब जी महाराजियां दे नाल गणी खां ते नवी खां नाल जांदे ने। महाराज दे सिख सेवक इत्थे जिहड़ा है कुछ गल्लां जिहड़ियां इतिहास दे विच सानूं नोट करनियां बनदियां ने कि गुरु गोबिंद सिंह महाराज ने गणी खां ते नवी खां नूं दोनां नूं घरों बुलाया सीगा। महाराज ने महाराज दे सेवक सी, क्योंकि किसी भी धर्म का मनुख होवे बस जिहड़ा अकाल पुरख दे प्रेम दे विच लग्या होया, प्यार दे विच भेजिया होया, गुरु साहिब जी महाराज उहनूं खुद बुलाउंदे ने अकाल पुरख महाराज जी। धर्म दे नाल कोई समाज दे विच कोई बहुला मतलब नहीं है। इस धर्म दे विच जिमें जिमें असीं इतिहास की पड़तोल करते तुरे जाने आ, इस इतिहास नूं फरोलते तुरे जाने आ, उवें उवें जिहड़ा है ये अकाल पुरख महाराज जी किरपा करते हैं। मनुख नूं सोझी आउंदी रहिंदी है। जिथे ये इतिहास पढ़दा सुनदा गाउंदा गुरबाणी पढ़दा सुनदा गाउंदा है, उत्थे इहदे इक्को ही स्टेज ते ये मनुख पहुँच जाता है कि मेरे वर्गा समाज दे विच कोई गलत नहीं ते समाज वर्गी कोई चंगी चीज़ नहीं है। इक्को गलत स्टेज ते पहुँच जाता है। पर जे हजे तक भी बड़ा गुरु का इतिहास सुन लिया, गा लिया, पढ़ लिया, बड़ा कुछ किया है, जे हजे तक भी मनुख अपने आप को हंकारी बनाई फिरे तो यदी जिंदगी जिहड़ी है वो अजाई चली जाएगी। गुरु गोबिंद सिंह जी महाराज चमकौर की गढ़ी दे विचों माछीवाड़े के जंगलों विच
इन्हां नूं सारियां नूं तारन वास्ते कीते हुए बचन निभाउण वास्ते ही गुरु गोबिंद सिंह महाराज माछीवाड़े दे विच गए सी। अकाल पुरख महाराज जी कृपा करन। अपना समाप्ति का समा हो गया। भुल्लां चुक्कां दी खिमा। आईयां संगतां दा बहुत धन्नवाद। प्रेम दे नाल सारी संगत बुलाइए फतेह। वाहिगुरू जी का खालसा वाहिगुरू जी की फतेह।